सो ये पहली बार वर्ल्ड वाइड पहली बार हो रहा है कि 15 भगत जो हैं उन्हों की बाणी का उन्होंने रागां का गायन करिए। प्रोग्राम मेरा अमेरिका देख रहे सारे ही दर्शकों ਨੂੰ ਗਿੱਲ ਪ੍ਰਦੀਪ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਨਿਊ ਜਰਸੀ ਵਿਖੇ, ਜਿੱਥੇ ਕਿ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5ਵਾਂ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਗੁਰਮਤ ਸੰਗੀਤ ਸੰਮੇਲਨ ਜਾਣੀ ਕਿ ਰਾਗਾਂ ਦੇ ਆਧਾਰਿਤ ਗੁਰਬਾਣੀ ਗਾਈ ਜਾਏਗੀ। ਔਰ ਇਸ ਵਾਰ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੀ ਜਿਹੜੀ ਬਾਣੀ ਆ 20 ਰਾਗ ਉਹਨਾਂ ਦੇ ਆ, ਉਹਦੇ ਸੰਬੰਧ ਦੇ ਵਿੱਚ ਗੁਰਬਾਣੀ ਦੇ ਵਿੱਚ ਇੱਥੇ ਸ਼ਬਦ ਗਾਇਨ ਹੋਏਗਾ। ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਪੰਥ ਪ੍ਰਸਿੱਧ ਰਾਗੀ ਜਥੇ ਇੱਥੇ ਪਹੁੰਚੇ ਹੋਏ ਆ। ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸ਼ਾਂਤ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਔਰ ਬੜੀ ਲੋੜ ਹੈ ਸਾਨੂੰ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਦੀ। ਸੋ ਆਓ ਲੈ ਕੇ ਚੱਲਦੇ ਤੁਹਾਨੂੰ। ਅੱਜ ਜਿਹੜਾ ਅਖੀਰਲਾ ਦੀਵਾਨ ਆ ਜਿਹੜਾ ਉਹ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰਟ ਵਿਖੇ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਰਾਗਾਮਈ ਕੀਰਤਨ ਜਿਹੜਾ ਉਹ ਕੀਤਾ ਜਾ ਰਿਹਾ।
ਹੁਣ ਮੇਰੇ ਨਾਲ ਨੇ ਭਾਈ ਕਰਮਜੀਤ ਸਿੰਘ ਸ਼ਾਂਤ ਜੀ, ਜਿਹੜੇ ਕਿ ਰਾਗ ਰਤਨ ਗੁਰਮਤਿ ਸੰਗੀਤ ਅਕੈਡਮੀ ਨਿਊ ਜਰਸੀ ਦੇ ਵਿੱਚ ਚਲਾਉਂਦੇ ਨੇ ਔਰ ਪਿਛਲੇ 5 ਸਾਲਾਂ ਤੋਂ ਉਪਰਾਲਾ ਕਰ ਰਹੇ ਨੇ ਇਸ ਤਰ੍ਹਾਂ ਦੇ ਗੁਰਮਤਿ ਸਮਾਗਮ ਕਰਵਾਉਣ ਦਾ, ਜਿਹਦੇ ਵਿੱਚ ਰਾਗਾਮਈ ਕੀਰਤਨ ਹੁੰਦਾ ਹੈ। ਆਓ ਗੱਲਬਾਤ ਕਰਦੇ ਹਾਂ ਭਾਈ ਕਰਮਜੀਤ ਸਿੰਘ ਸ਼ਾਂਤ ਉਹਨਾਂ ਦੇ ਨਾਲ। ਭਾਈ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸਿਓ ਵੀ ਮਨ ਦੇ ਵਿੱਚ ਇਹ ਆਈਡੀਆ ਕਿਵੇਂ ਆਇਆ ਸੀਗਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਨਿਊ ਜਰਸੀ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਇਸ ਤਰ੍ਹਾਂ ਰਾਗਮਈ ਕੀਰਤਨ ਦੇ ਨਾਲ ਜੋੜਨ ਦੀ ਲੋੜ ਹੈ। ਪਹਿਲਾਂ ਤੇ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਅਸੀਂ ਬਿਲੋਂਗ ਕਰਦੇ, ਮੈਂ ਅੰਮ੍ਰਿਤਸਰ ਸਾਹਿਬ ਤੋਂ, ਦਰਬਾਰ ਸਾਹਿਬ ਤੋਂ। ਅਤੇ ਜਦੋਂ ਉੱਥੇ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਬੜੇ ਰਾਗ ਦਰਬਾਰ ਹੁੰਦੇ ਹਨ, ਅਤੇ ਮੈਂ ਇੱਕ ਦਿਨ ਇੱਕ ਪ੍ਰੋਗਰਾਮ ਵੇਖ ਰਿਹਾ ਸੀ ਮੰਜੀ ਸਾਹਿਬ ਦਾ, ਅਤੇ ਮੇਰੇ ਮਨ 'ਚ ਖਿਆਲ ਆਇਆ ਕਿ ਇੱਦਾਂ ਦਾ ਪ੍ਰੋਗਰਾਮ ਸਾਨੂੰ ਵੀ ਇੱਥੇ ਕਰਨਾ ਚਾਹੀਦਾ। ਫਿਰ ਮੈਂ ਡਾਕਟਰ ਗੁਰਨਾਮ ਸਿੰਘ ਜੀ ਹੋਣਾ ਨਾਲ ਉਹਨਾਂ ਤੋਂ ਸਲਾਹ ਲੈ ਕੇ ਉਹਨਾਂ ਨੇ ਗਾਈਡ ਕੀਤਾ ਕਿ ਕਿਸ ਤਰ੍ਹਾਂ ਪ੍ਰੋਗਰਾਮ ਕਰਨੇ ਚਾਹੀਦੇ ਹਨ। ਸੋ ਖਾਸ ਕਰਕੇ ਇਹ ਸਾਡਾ ਜੋ ਪ੍ਰੋਗਰਾਮ ਹੈ ਅਸੀਂ ਕਰ ਰਹੇ ਹਾਂ ਨਵੀਂ ਜਨਰੇਸ਼ਨ ਵਾਸਤੇ, ਕਿਉਂਕਿ ਸਾਡੇ ਨਿਊ ਜਰਸੀ ਵਿੱਚ ਛੋਟੇ ਬੱਚੇ ਜੋ ਹਨ ਵਧੀਆ ਰਾਗ, ਔਖੇ ਰਾਗ ਗਾ ਰਹੇ ਹਨ ਅਤੇ ਵੱਡੇ ਤਾਲ ਵਜਾ ਰਹੇ ਹਨ। ਸੋ ਅਸੀਂ ਜਿਹੜਾ ਪਹਿਲਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ 31 ਸ਼ੁੱਧ ਰਾਗ ਗਾਏ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਉਸ ਤੋਂ ਉਪਰੰਤ ਅਗਲੇ ਸਾਲ ਅਸੀਂ 31 ਮਿਸ਼ਰਤ ਰਾਗਾਂ ਦਾ ਗਾਇਨ ਕੀਤਾ, ਜੋ ਕਿ ਇੱਕ ਆਪਣੇ ਆਪ ਵਿੱਚ ਅਨੋਖਾ ਸੀ, ਜੋ ਕਿ ਇਸ ਰਾਗਾਂ ਨੂੰ ਤਕਰੀਬਨ 24 ਸਾਲ ਬਾਅਦ ਗਾਇਆ ਗਿਆ। ਪੂਰੇ ਵਰਲਡ ਵਿੱਚ ਕਿਸੇ ਨੇ ਨਹੀਂ ਗਾਇਆ। 1991-92 ਵਿੱਚ ਸੰਤ ਸੁੱਚਾ ਜੀ ਸਿੰਘ ਜੀ ਨੇ ਜਵਾਦੀ ਕਲਾ ਉੱਥੇ ਗਵਾਏ ਸਨ ਰਾਗੀ ਸਿੰਘਾਂ ਤੇ ਮਿਸ਼ਰਤ ਰਾਗ। 31 ਰਾਗ ਤੇ ਗਾਏ ਜਾਂਦੇ ਨੇ ਇੰਡੀਆ ਵਿੱਚ ਬਹੁਤ, ਪਰ ਮਿਸ਼ਰਤ ਰਾਗ ਫਿਰ ਅਸੀਂ ਗਾਏ। ਫਿਰ ਉਸ ਤੋਂ ਬਾਅਦ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤੇ ਨੇ। ਫਿਰ 19 ਰਾਗ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਵੱਖਰੇ ਕਰਕੇ ਉਹ ਗਵਾਏ ਰਾਗੀ ਸਿੰਘਾਂ ਤੋਂ। ਫਿਰ 17 ਰਾਗ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੱਖਰੇ ਕਰਕੇ ਉਹਨਾਂ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਸਾਰੇ ਰਾਗੀ ਸਿੰਘਾਂ ਵੱਲੋਂ। ਹੁਣ ਇਸ ਵਾਰ ਜੋ ਸਾਡਾ ਪ੍ਰੋਜੈਕਟ ਸੀ ਕਿ ਕਿਸੇ ਨੇ ਵੀ ਅੱਜ ਤੱਕ ਭਗਤਾਂ ਦੀ ਬਾਣੀ ਦਾ ਗਾਇਨ ਨਹੀਂ ਹੋਇਆ। ਜੋ 15 ਭਗਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹਨ, ਅਤੇ ਉਹਨਾਂ ਨੇ 20 ਰਾਗਾਂ, ਉਹਨਾਂ ਦੇ 20 ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸੋ ਇਹ ਪਹਿਲੀ ਵਾਰ ਵਰਲਡ ਵਾਈਡ ਹੈ, ਪਹਿਲੀ ਵਾਰ ਹੋ ਰਿਹਾ ਕਿ ਅਸੀਂ ਸਾਰਿਆਂ ਨੇ ਫਿਰ ਇਹ ਪ੍ਰੋਜੈਕਟ ਚੁਣਿਆ ਕਿ ਅਸੀਂ ਸਾਰੇ 15 ਭਗਤ ਜੋ ਹਨ ਉਹਨਾਂ ਦੀ ਬਾਣੀ ਦਾ, ਉਹਨਾਂ ਦੇ ਰਾਗਾਂ ਦਾ ਗਾਇਨ ਕਰੀਏ। ਸੋ ਇਸ ਵਾਰ ਦਾ ਬੜਾ ਸੰਗਤ ਵੱਲੋਂ ਬੜਾ ਭਰਵਾਂ ਹੁੰਗਾਰਾ ਸੀ। ਅਸੀਂ ਪੈਂਸਿਲਵੇਨੀਆ ਵਿੱਚ ਗਏ, ਇੱਥੇ ਨਿਊ ਜਰਸੀ ਦੇ 4 ਗੁਰਦੁਆਰਿਆਂ ਵਿੱਚ ਅੱਜ ਦੇ ਆਖਰੀ ਦੀਵਾਨ ਹੈ ਉਹ ਕਰ ਰਹੇ ਹਾਂ। ਹੁਣ ਜੋ ਅਗਲੇ ਸਾਲ ਦਾ ਸਾਡਾ ਪ੍ਰੋਜੈਕਟ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ 55 ਪੜਤਾਲਾਂ ਹਨ। ਪੜਤਾਲਾਂ ਦਾ ਮਤਲਬ ਹੈ ਕਿ ਵੱਖਰੇ ਤਾਲਾਂ ਨੂੰ ਇੱਕ ਸ਼ਬਦ 'ਚ ਗਾਉਣਾ। ਸੋ ਅਸੀਂ ਇਹ ਨਵਾਂ ਪ੍ਰੋਜੈਕਟ ਕਰ ਰਹੇ ਹਾਂ। ਸੋ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਜੋ ਛੇਵਾਂ ਹੈ ਉਹ ਵੀ ਕਰੀਏ, ਕਿਉਂਕਿ ਬੱਚਿਆਂ ਨੂੰ ਸਾਡੇ ਜਿਹੜੇ ਇਹ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੇ ਗਿਆਨ ਦੀ ਬਹੁਤ ਜ਼ਰੂਰਤ ਹੈ ਕਿ ਗੁਰਮਤਿ ਸੰਗੀਤ ਨਾਲ ਉਹ ਕਿੱਦਾਂ ਜੁੜਨਾ। ਬਿਲਕੁਲ ਕਰਮਜੀਤ ਜੀ, ਜੇ ਆਮ ਜਿਹੜੇ ਸ਼ਬਦ ਆ ਉਹਨਾਂ ਨੂੰ ਗਾਇਨ ਕਰਨਾ ਹੋਵੇ ਤਾਂ ਬਾਹਲੀ ਪ੍ਰੈਕਟਿਸ ਦੀ ਲੋੜ ਨਹੀਂ ਪੈਂਦੀ, ਪਰ ਇਸ ਤਰ੍ਹਾਂ ਦਾ ਜਦੋਂ ਗੁਰਮਤਿ ਸਮਾਗਮ ਹੁੰਦਾ ਹੈ ਤਾਂ ਕਿੰਨੀ ਕੁ ਤਿਆਰੀ ਦੀ ਲੋੜ ਹੁੰਦੀ, ਖਾਸ ਕਰਕੇ ਉਹਨਾਂ ਕੀਰਤਨੀਆਂ ਨੂੰ ਜਿਨ੍ਹਾਂ ਦੀ ਸਾਰੀ ਉਮਰ ਕੀਰਤਨ ਦੇ ਵਿੱਚ ਗੁਜ਼ਰੀ ਹੁੰਦੀ ਹੈ। ਨਹੀਂ, ਭਾਵੇਂ ਜੀ ਰਿਆਜ਼ ਤਾਂ ਅਸੀਂ ਸਾਰੇ ਰੋਜ਼ ਕਰਦੇ ਹਾਂ, ਪਰ ਜਦੋਂ ਜਦੋਂ ਕੀਰਤਨ ਦਰਬਾਰ ਸ਼ੁਰੂ ਹੁੰਦਾ ਹੈ ਤਕਰੀਬਨ 3-4 ਮਹੀਨੇ ਪਹਿਲਾਂ ਅਸੀਂ ਸਾਰਿਆਂ ਨੂੰ ਸ਼ਬਦ ਦੇ ਦਿੰਦੇ ਹਾਂ, ਰਾਗ ਦੇ ਦਿੰਦੇ ਹਾਂ, ਅਤੇ ਜੋ ਕਿ ਆਪਣੇ ਉਹ ਪ੍ਰੋਜੈਕਟ ਕਰ ਸਕਣ। ਹਾਂਜੀ, ਹੁਣ ਜੋ ਅਗਲੇ ਸਾਲ ਦਾ ਹੈ ਅਸੀਂ ਉਸ ਪ੍ਰੋਜੈਕਟ ਵਾਸਤੇ ਸਾਨੂੰ ਪੂਰਾ ਸਾਲ ਚਾਹੀਦਾ। ਸੋ ਅਸੀਂ ਕੱਲ੍ਹ ਤੋਂ ਹੀ ਜਾਂ ਇਸ ਹਫ਼ਤੇ ਤੋਂ ਹੀ ਅਸੀਂ ਰਾਗੀ ਸਿੰਘਾਂ ਨੂੰ ਜੋ 55 ਪੜਤਾਲਾਂ ਹਨ ਉਹਨਾਂ ਦਾ ਅਸੀਂ ਵੱਖਰੇ ਤਾਲਾਂ ਵਿੱਚ ਉਹਨਾਂ ਨੂੰ ਪ੍ਰੋਜੈਕਟ ਦੇ ਦੇਣਾ ਹੈ। ਉਹਨਾਂ ਦੀ ਫਿਰ ਬੰਦਿਸ਼ਾਂ ਬਣਨਗੀਆਂ, ਫਿਰ ਤਾਲ ਸੈੱਟ ਹੋਣਗੇ। ਸੋ ਇਸ ਕਰਕੇ ਇਹ ਔਖਾ ਵਿਸ਼ਾ ਹੈ। ਸੋ ਇਸ ਦਾ ਹਰ ਇੱਕ ਰਾਗੀ ਸਿੰਘ ਨੂੰ, ਵੈਸੇ ਭਾਵੇਂ ਕਿੱਡਾ ਕੀਰਤਨੀਆ ਹੋਵੇ, ਗੁਣੀ ਕੀਰਤਨੀਆ ਹਨ ਸਾਰੇ, ਪਰ ਜਦੋਂ ਇਹ ਵਿਸ਼ਾ ਆਉਂਦਾ ਹੈ ਹਰੇਕ ਨੂੰ ਆਪਣਾ ਰਿਆਜ਼ ਕਰਨਾ ਪੈਂਦਾ ਹੈ, ਉਸ ਦਾ ਸ਼ਬਦ ਦੀ ਚੋਣ ਕਰਨੀ ਪੈਂਦੀ ਹੈ, ਉਸ ਦੀਆਂ ਬੰਦਿਸ਼ਾਂ ਬਣਾਉਣੀਆਂ ਪੈਂਦੀਆਂ ਹਨ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਅਗਲਾ ਜੋ ਸਾਲ ਹੈ ਅਸੀਂ ਹੁਣ ਤੋਂ ਤਿਆਰੀਆਂ ਸ਼ੁਰੂ ਕਰਤੇ। 1 ਸਾਲ ਸਾਨੂੰ ਅਗਲੇ ਪ੍ਰੋਜੈਕਟ ਵਾਸਤੇ ਲੱਗਣਾ। ਬਿਲਕੁਲ ਜੀ, ਮੈਨੂੰ ਯਾਦ ਆ ਡਾਕਟਰ ਗੁਰਨਾਮ ਸਿੰਘ ਜੀ ਇੱਕ ਵਾਰੀ ਕੀਰਤਨ ਕਰ ਰਹੇ ਸੀ ਨਿਊ ਜਰਸੀ ਦੇ ਵਿੱਚ। ਉਹ ਕਹਿੰਦੇ ਕਿਤੇ ਹੋਰ ਜਾਈਏ ਤਾਂ ਅਸੀਂ ਕੀਰਤਨ ਆਪਦੇ ਹਿਸਾਬ ਨਾਲ ਵੀ ਕਰ ਸਕਦੇ ਹਾਂ, ਪਰ ਨਿਊ ਜਰਸੀ ਦੇ ਬੱਚੇ ਨੂੰ ਕੀਰਤਨ ਦੀ ਸਮਝ ਹੈ ਨਾ, ਇੱਥੇ ਸਾਨੂੰ ਪ੍ਰੈਕਟਿਸ ਜ਼ਿਆਦਾ ਕਰਨੀ ਪੈਂਦੀ, ਆਪ ਪਹਿਲਾਂ ਸਿੱਖਣਾ ਪੈਂਦਾ ਹੈ, ਆਪ ਪਹਿਲਾਂ ਸਾਨੂੰ ਪ੍ਰੈਕਟਿਸ ਕਰਕੇ ਆਉਣਾ ਪੈਂਦਾ ਹੈ, ਰਿਆਜ਼ ਕਰਕੇ ਆਉਣਾ ਪੈਂਦਾ, ਫਿਰ ਅਸੀਂ ਕੀਰਤਨ ਕਰਦੇ। ਕੀ ਤੁਹਾਨੂੰ ਲੱਗਦਾ ਵੀ ਨਿਊ ਜਰਸੀ ਦੇ ਵਿੱਚ ਕੀਰਤਨ ਆ ਜਿਹੜਾ ਕਰਨਾ ਉਹ ਹੋਰ ਤਿਆਰੀ ਦੇ ਨਾਲ ਕਰਨਾ ਪੈਂਦਾ ਹੈ? ਹਾਂਜੀ, ਇੱਥੇ 10-12 ਸਾਲ ਤੋਂ ਗੁਰਦੁਆਰਾ ਗਲੈਨਰੌਕ ਨੇ ਇੱਕ ਬੜਾ ਅੱਛਾ ਉਪਰਾਲਾ ਕੀਤਾ ਸੀ ਕਿ ਉਸਤਾਦ ਰਘਬੀਰ ਸਿੰਘ ਜੀ ਅਤੇ ਡਾਕਟਰ ਮਨਪ੍ਰੀਤ ਸਿੰਘ ਜੀ ਉਹਨਾਂ ਨੇ ਬਕਾਇਦਾ ਇੰਡੀਆ ਤੋਂ ਬੁਲਾ ਕੇ ਉਹਨਾਂ ਨੂੰ ਇੱਥੇ ਬੱਚਿਆਂ ਦੀ ਟ੍ਰੇਨਿੰਗ ਲੈਂਦੇ ਨੇ।
ਸੋ ਸਾਡੀ ਨਿਊ ਜਰਸੀ ਦੀ ਸੰਗਤ ਦੇ ਵਿੱਚ ਇਹ ਖਾਸ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਵੱਡੇ ਵੱਡੇ ਤਾਲ ਗਾਉਂਦੇ ਹਨ। ਆਸਾ ਦੀ ਵਾਰ ਉਹਨਾਂ ਨੇ ਗਾਈ ਹੈ ਸਾਰੀ। ਹਾਂਜੀ, ਅੱਜ ਤੱਕ ਕਿਸੇ ਬੱਚਿਆਂ ਨੇ ਕਿਸੇ ਜਗ੍ਹਾ ਤੇ ਆਸਾ ਦੀ ਵਾਰ ਨਹੀਂ ਗਾਈ। ਸੋ ਆਸਾ ਦੀ ਵਾਰ ਸਾਡੇ ਬੱਚੇ ਗਾਉਂਦੇ ਹਨ। ਸੋ ਸਾਡਾ ਉਪਰਾਲਾ ਇਹ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਅਸੀਂ ਉਸ ਨੂੰ ਸੰਭਾਲ ਸਕੀਏ। ਖਾਸ ਕਰਕੇ ਇਹ ਜਿਹੜਾ ਟਰਾਈ ਸਟੇਟ ਏਰੀਆ ਹੈ ਨਿਊ ਜਰਸੀ ਦਾ, ਇਸ ਵਿੱਚ ਸਾਨੂੰ ਕੀਰਤਨ ਕਰਨ ਵਾਸਤੇ ਬੜਾ ਵਧੀਆ ਮਾਹੌਲ ਬਣਿਆ ਹੋਇਆ। ਸੋ ਇਸ ਕਰਕੇ ਸਾਨੂੰ ਇਸ ਕੀਰਤਨ ਕਰਨ ਵਾਸਤੇ ਸਾਨੂੰ ਜ਼ਿਆਦਾ ਰਿਆਜ਼ ਦੀ ਲੋੜ ਪੈਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਇਹ ਸਨ ਭਾਈ ਕਰਮਜੀਤ ਸਿੰਘ ਸ਼ਾਂਤ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੇਰਾ ਅਮਰੀਕਾ, ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਵੱਲੋਂ ਨਿਊ ਜਰਸੀ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਗਏ ਸੀ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਡਾਕਟਰ ਗੁਰਨਾਮ ਸਿੰਘ ਜੀ, ਪੰਥ ਪ੍ਰਸਿੱਧ ਰਾਗੀ ਜਥਾ ਹੈ ਔਰ ਬਹੁਤ ਸਾਰੇ ਸਟੂਡੈਂਟ ਨੇ ਨਿਊ ਜਰਸੀ ਦੇ ਵਿੱਚ ਉਹਨਾਂ ਦੇ। ਸੋ ਆਓ ਦਿਖਾਉਂਦੇ ਹਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਇਸ ਗੁਰਮਤ ਸੰਗੀਤ ਸੰਮੇਲਨ ਦੇ ਵਿੱਚ ਉਹਨਾਂ ਨੇ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਅਧੀਨ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਵੱਲੋਂ ਹਰ ਵਰੇ ਗੁਰਮਤ ਸੰਗੀਤ ਦਰਬਾਰ ਸਜਾਏ ਜਾਂਦੇ ਨੇ ਔਰ ਇਸ ਵਾਰੀ 5ਵਾਂ ਗੁਰਮਤ ਸੰਗੀਤ ਦਰਬਾਰ ਵਿਸ਼ੇਸ਼ ਤੌਰ 'ਤੇ ਜੋ ਭਗਤ ਬਾਣੀ ਹੈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਜੋ ਬਾਣੀ ਅੰਕਿਤ ਹੈ ਉਸ ਦੇ ਗਾਇਨ ਨੂੰ ਸਮਰਪਿਤ ਰਿਹਾ ਹੈ। ਆਪਣੇ ਆਪ ਵਿੱਚ ਇਸ ਦੀ ਵਿਲੱਖਣਤਾ ਇਹ ਹੈ ਕਿ ਇਹ ਬਾਣੀ ਬਹੁਤ ਘੱਟ ਗਾਈ ਜਾਂਦੀ ਹੈ ਔਰ ਅਸੀਂ ਸਾਰੇ ਰਾਗਾਂ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਹੈ ਉਸ ਨੂੰ ਸਾਰੇ ਕੀਰਤਨੀਆਂ ਨੇ ਉਸ ਦਾ ਗਾਇਨ ਕੀਤਾ ਬੜੇ ਪਿਆਰ ਦੇ ਨਾਲ। ਕਾਫੀ ਲੰਬਾ ਸਮਾਂ ਤੋਂ ਉਸ ਦੀ ਤਿਆਰੀ ਚੱਲ ਰਹੀ ਸੀ ਔਰ ਸਾਰਿਆਂ ਨੇ ਇੱਥੇ ਆ ਕੇ ਉਹਨਾਂ ਰਾਗਾਂ ਨੂੰ ਨਿਰਧਾਰਤ ਰਾਗਾਂ ਦੇ ਵਿੱਚ ਗਾਇਨ ਕਰਕੇ ਇੱਕ ਨਵੀਂ ਜਿਹੜੀ ਟ੍ਰੈਡੀਸ਼ਨ ਹੈ
ਉਹ ਪਾਈ ਹੈ। ਔਰ ਸਾਰੇ ਜਿੰਨੇ ਵੀ ਚਾਹੇ ਜੈਦੇਵ ਜੀ ਹੋਣ, ਚਾਹੇ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਤਰਲੋਚਨ ਜੀ, ਇਹ ਸਾਰੇ ਭਗਤਾਂ ਨੂੰ ਇੱਕ ਵਾਰੀ ਯਾਦ ਕਰਕੇ ਆਪਣੀ ਅਕੀਦਤ ਸਾਰਿਆਂ ਨੇ ਭੇਟ ਕੀਤੀ ਹੈ। ਸਾਰਿਆਂ ਨੇ, ਸੰਗਤ ਨੇ ਵੀ ਇਸ ਨੂੰ ਬਹੁਤ ਸਲਾਹਿਆ, ਕਿਉਂਕਿ ਇਹ ਬਾਣੀ ਬਹੁਤ ਘੱਟ ਗਾਈ ਜਾਂਦੀ ਸੀ ਔਰ ਉਹ ਰਾਗ ਵੀ ਬੜੇ ਰੇਅਰ ਨੇ। ਕੁਝ ਐਸੇ ਰਾਗ ਨੇ ਜਿਹੜੇ ਪਹਿਲਾਂ ਬਹੁਤ ਪ੍ਰਚਾਰ ਵਿੱਚ ਨਹੀਂ, ਜਿਵੇਂ ਸੂਹੀ ਲਲਿਤ ਹੈ ਔਰ ਹੋਰ ਐਸੇ ਬਹੁਤ ਸਾਰੇ ਰਾਗ। ਜੈਦੇਵ ਜੀ ਦੀ ਬਾਣੀ ਬੜੀ ਰੇਅਰ ਹੈ ਔਰ 12ਵੀਂ ਸਦੀ ਦੇ ਜੈਦੇਵ ਜੀ ਜਿਨ੍ਹਾਂ ਨੇ ਗੀਤ ਗੋਬਿੰਦ ਰਚੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 2 ਸ਼ਬਦ ਰਚਿਤ ਨੇ। ਔਰ ਇਸ ਕੀਰਤਨ ਦਰਬਾਰ ਦੇ ਵਿੱਚ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ, ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਸ਼ਿਰਕਤ ਕੀਤੀ। ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵੱਦੀ ਵਾਲੇ, ਉਹਨਾਂ ਨੇ ਇਸ ਵਿੱਚ ਕੀਰਤਨ ਦੁਆਰਾ ਆਪਣੀ ਹਾਜ਼ਰੀ ਲਗਵਾਈ ਔਰ ਉਹਨਾਂ ਦੇ ਨਾਲ ਦਾਸ ਡਾਕਟਰ ਗੁਰਨਾਮ ਸਿੰਘ, ਭਾਈ ਕਰਮਜੀਤ ਸਿੰਘ ਸ਼ਾਂਤ, ਡਾਕਟਰ ਮਨਪ੍ਰੀਤ ਸਿੰਘ ਜੀ ਔਰ ਉਸਤਾਦ ਰਘਬੀਰ ਸਿੰਘ ਜੀ ਔਰ ਇਸੇ ਤਰ੍ਹਾਂ ਹੀ ਸ਼੍ਰੀਪਾਲ ਜੀ ਜੋ ਤੰਤੀ ਸਾਜ਼ ਦਾ ਵਾਦਨ ਕਰਦੇ ਨੇ, ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਔਰ ਰਾਜਵਿੰਦਰ ਸਿੰਘ ਜੀ, ਕਾਫੀ ਜਿਹੜੇ ਗੁਰਮਤਿ ਸੰਗੀਤ ਦੇ ਪ੍ਰਚਾਰਕ ਨੇ, ਉਹਨਾਂ ਨੇ ਇਸ ਵਿੱਚ ਸ਼ਿਰਕਤ ਕਰਕੇ ਵੱਖ-ਵੱਖ ਗੁਰੂ ਘਰਾਂ ਵਿੱਚ ਇਹ ਪ੍ਰੋਗਰਾਮ ਹੋਇਆ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਪੂਰਨ ਸਹਿਯੋਗ ਦਿੱਤਾ, ਸਾਰੀਆਂ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ ਔਰ ਸਾਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਤੁਹਾਡਾ ਚੈਨਲ ਹਰ ਵਾਰੀ ਸਾਨੂੰ ਇਸ ਪ੍ਰੋਗਰਾਮ ਦੇ ਲਈ ਨਿਵਾਜਦਾ ਹੈ ਔਰ ਤੁਸੀਂ ਬਹੁਤ ਮਿਹਨਤ ਕਰਕੇ ਇਸ ਪ੍ਰੋਗਰਾਮ ਦੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹ ਸ਼ਾਇਆ ਕਰਦੇ ਹੋ, ਪਬਲਿਸ਼ ਕਰਦੇ ਹੋ। ਇਸ ਗੱਲ ਲਈ ਮੈਂ ਤੁਹਾਡੇ ਗਲੋਬਲ ਚੈਨਲ ਦਾ ਔਰ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀ ਹਾਂ, ਸਾਰੀ ਸੰਗਤ ਦਾ ਵੀ ਧੰਨਵਾਦੀ ਹਾਂ ਔਰ ਆਸ ਕਰਦਾ ਕਿ ਇਹੋ ਜਿਹੇ ਪ੍ਰੋਗਰਾਮ ਜਿਹਦੇ ਨਾਲ ਸਾਡੀ ਅਸੀਂ ਵਿਰਾਸਤ ਦੀ ਸੰਭਾਲ ਕਰਦੇ ਹਾਂ ਔਰ ਇੱਕ ਨਵੀਂ, ਹਰ ਵਾਰੀ ਇੱਕ ਨਵਾਂ ਕੰਟੈਂਟ ਲੈ ਕੇ ਔਰ ਨਵਾਂ ਇੱਕ ਜਿਹੜਾ ਨੈਕਸਟ ਈਅਰ ਦਾ ਵੀ ਦੇਖੋ, ਹੁਣ ਸੰਗਤਾਂ ਨੇ ਆਪ ਹੀ ਸਾਰਿਆਂ ਨੇ ਮਿਲ ਕੇ ਕੀ ਕਰ ਦਿੱਤਾ ਹੈ ਕਿ ਅਗਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬੜੀ ਰੇਅਰ ਸਿੰਗਿੰਗ ਸਟਾਈਲ ਹੈ, ਕੀਰਤਨ ਦੀ ਸ਼ੈਲੀ ਹੈ ਪੜਤਾਲ, ਉਸ ਦਾ ਬਹੁਤ ਗਾਇਨ ਘੱਟ ਹੁੰਦਾ ਹੈ ਔਰ ਅਗਲੀ ਵਾਰੀ ਇਹ ਸਾਰੇ ਕੀਰਤਨੀਏ ਉਸ ਦਾ ਗਾਇਨ ਕਰਨਗੇ। ਤਾਂ ਆਪਣੇ ਆਪ ਦੇ ਵਿੱਚ ਇਹ ਜਿਹੜਾ ਪੰਜਵੇਂ ਗੁਰਮਤਿ ਸੰਗੀਤ ਸੰਮੇਲਨ ਤੋਂ ਬਾਅਦ ਰਾਗ ਰਤਨ ਗੁਰਮਤਿ ਸੰਗੀਤ ਅਕੈਡਮੀ ਦੁਆਰਾ ਕਰਵਾਇਆ ਜਾਣ ਵਾਲਾ 6ਵਾਂ ਗੁਰਮਤਿ ਸੰਗੀਤ ਜਿਹੜਾ ਹੋਵੇਗਾ, ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੋਵੇਗਾ ਜੋ ਪੜਤਾਲ ਗਾਇਕੀ ਨੂੰ ਸਮਰਪਿਤ ਹੋਵੇਗਾ। ਜਿਵੇਂ ਪੰਜਾਬ ਦੇ ਵਿੱਚ ਹਰਬੱਲਭ ਸੰਗੀਤ ਸੰਮੇਲਨ ਹੁੰਦਾ ਹੈ, ਹੁਣ ਇਹ ਨਿਊ ਜਰਸੀ ਦਾ ਇਹ ਸੰਗੀਤ ਸੰਮੇਲਨ ਤੁਹਾਡੇ ਸਾਰੀਆਂ ਕਮੇਟੀਆਂ, ਸੰਗਤ ਔਰ ਤੁਹਾਡੇ ਚੈਨਲ ਦੇ ਸਹਿਯੋਗ ਦੇ ਨਾਲ ਇੱਕ ਨਵੀਂ ਪਰੰਪਰਾ ਜਿਹੜੀ ਹੈ ਉਹ ਸਥਾਪਿਤ ਕਰ ਰਿਹਾ। ਇਸ ਗੱਲ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹੈ सेवक जन माने प्रत्यक्ष गुरु प्रत्यक्ष गुरु प्रत्यक्ष गुरु निस्तारे। ਮੈਨੂੰ ਐਵੇਂ ਲੱਗਦਾ ਹੈ ਕਿ ਇਹ ਖਿਆਲ ਹੈ ਜਿਹੜਾ ਇਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਆਇਦ ਕਰਦਾ ਹੈ। ਜੇ ਅਸੀਂ ਪਛਾਣੇ ਲੱਖਾਂ ਵਿੱਚੋਂ ਇਕੱਲੇ ਵੱਖਰੇ ਜਾਣੇ ਆ, ਮੈਨੂੰ ਲੱਗਦਾ ਉਹਨਾਂ ਸਾਰੇ ਲੱਖਾਂ ਨੂੰ ਗਾਈਡ ਕਰਨ ਦੀ, ਲੀਡ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੇ ਸਿਰ ਦੇ ਉੱਤੇ ਹੈ। ਤੇ ਮੇਰਾ ਯਕੀਨ ਕਰਿਆ, ਜੇ ਗੁਰੂ ਨਾਨਕ ਤੇ ਆਸਥਾ ਰੱਖਣ ਵਾਲੇ ਹੋ ਸਿੱਖੋ, ਸੰਸਾਰ ਜਿਹੜੇ ਪਾਸੇ ਨੂੰ ਮੂਵ ਕਰ ਰਿਹਾ, ਦੁਨੀਆ ਜਿੱਧਰ ਨੂੰ ਜਾ ਰਹੀ ਹੈ, ਜੇ ਸੰਸਾਰ ਨੂੰ ਸ਼ਾਂਤੀ ਦਾ, ਠੰਡ ਦਾ, ਰਲ ਕੇ ਬਹਿਣ ਦਾ ਉਪਦੇਸ਼ ਦੇਣ ਦੀ ਤਾਕਤ ਕਿਸੇ ਕੋਲ ਹੈ, ਉਹ ਮੇਰੇ ਗੁਰੂ ਨੇ ਤੁਹਾਡੀ ਝੋਲੀ ਦੇ ਵਿੱਚ ਪਾਈ ਹੈ। ਅਦਰਵਾਈਜ਼ ਬੜਾ ਔਖਾ ਹੈ ਕੋਈ ਧਾਰਮਿਕ ਗ੍ਰੰਥ ਇਹ ਗੱਲ ਕਵੇ, ਉਠ ਫਰੀਦਾ ਉਜੂ ਸਾਜ ਸੁਬਹ ਨਿਵਾਤ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਬਾਬਾ ਕਬੀਰ ਜੀ ਨੂੰ ਕਹਿਣ ਲੱਗੇ ਤੁਹਾਨੂੰ ਫਰਕ ਕੀ ਪੈਂਦਾ, ਤੁਸੀਂ ਰਾਮ ਰਾਮ ਛੱਡੋ, ਅੱਲਾ ਅੱਲਾ ਕਹਿਣਾ ਸ਼ੁਰੂ ਕਰੋ। ਕਹਿਣ ਲੱਗੇ ਵਾਕਿਆ ਹੀ ਰੱਬ ਦੇ ਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਉਹਦੇ ਗੁਣ ਗਾਣੇ ਨੇ, ਉਹਨੂੰ ਯਾਦ ਕਰਨਾ ਹੈ। ਪਰ ਕਹਿਣ ਲੱਗੇ ਇੱਕ ਗੱਲ ਮੈਨੂੰ ਸਮਝ ਆ ਰਹੀ ਹੈ ਤੁਹਾਡੀਆਂ ਗੱਲਾਂ ਦੇ ਵਿੱਚੋਂ, ਅੱਜ ਰਾਮ ਛਡਾ ਕੇ ਤਾਕਤ ਅੱਲਾ ਵਾਲਿਆਂ ਦੇ ਹੱਥੇ ਮੇਰੇ ਉੱਤੇ ਅੱਲਾ ਮੜ ਰਹੇ ਨੇ। ਕੱਲ ਨੂੰ ਵਕਤ ਕਰਵਟ ਬਦਲੇਗਾ, ਰਾਮ ਦੀ ਥਾਂ ਤੇ ਅੱਲਾ, ਫਿਰ ਤੁਹਾਨੂੰ ਅੱਲਾ ਵੀ ਚੰਗਾ ਨਹੀਂ ਲੱਗਣਾ, ਕੋਈ ਹੋਰ ਅੱਖਰ ਮੇਰੇ ਉੱਤੇ ਮੜ ਦਿਓਗੇ। ਮੈਨੂੰ ਐਵੇਂ ਲੱਗਦਾ ਜ਼ਬਾਨ ਮੇਰੀ ਹੋਏਗੀ, ਅੱਖਰ ਤੁਹਾਡੇ ਹੋਣਗੇ। ਦੁਹਾਈ ਰੱਬ ਦੀ, ਦੁਨੀਆ ਇਹ ਬੋਲੀ ਬੋਲ ਸਕਦੀ, ਮੇਰੇ ਕੋਲੋਂ ਨਹੀਂ ਜੇ ਬੋਲੀ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਗੁਰਮੁਖ ਸੰਗੀਤ ਸੰਮੇਲਨ ਜੋ ਕਰਵਾਇਆ ਜਾ ਰਿਹਾ ਹੈ, ਬਹੁਤ ਵੱਡੀ ਪੱਧਰ 'ਤੇ ਪੰਥ ਪ੍ਰਸਿੱਧ ਰਾਗੀ ਜਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ ਤੇ ਜੋ ਕਿ ਭਗਤ ਬਾਣੀ ਦੇ ਵਿੱਚੋਂ ਰਾਗਾਂ ਸਮੇਤ ਜੋ ਕੀਰਤਨ ਕਰ ਰਹੇ ਨੇ। ਅਸੀਂ ਇਹਨਾਂ ਜਥਿਆਂ ਦਾ, ਜਿੱਥੇ ਇੱਥੋਂ ਦੀ ਸਮੁੱਚੀ ਟਰਾਈ ਸਟੇਟ ਦੀ ਸੰਗਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਪਹੁੰਚੀ ਹੈ, ਸਭਨਾਂ ਨੂੰ ਜੀ ਆਇਆਂ ਆਖਦੇ ਹਾਂ। ਇਹੋ ਜਿਹੇ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਹੋਣੇ ਚਾਹੀਦੇ ਨੇ, ਕਿਉਂਕਿ ਰਾਗ ਪੜਤਾਲਾਂ ਜਿਹੜੀਆਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਰਾਗਬੱਧ ਕੀਤਾ ਹੈ, ਰਾਗਾਂ ਦੇ ਵਿੱਚ ਗੁਰਬਾਣੀ ਗਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਐਸੇ ਪੰਥ ਦੇ ਮਹਾਨ ਪ੍ਰਚਾਰਕ ਪ੍ਰਸਿੱਧ ਜਿਵੇਂ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਪੰਜਾਬੀ ਯੂਨੀਵਰਸਿਟੀ, ਹੋਰ ਵੀ ਬਹੁਤ ਸਾਰੇ ਜਿਹੜੇ ਜਥਿਆਂ ਨੂੰ ਟ੍ਰੇਨਿੰਗ ਦਿੱਤੀ ਹੈ, ਬਹੁਤ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਇਸ ਪਾਸੇ ਲਾਇਆ। ਸੋ ਸਾਨੂੰ ਸਭਨਾਂ ਨੂੰ ਜ਼ਰੂਰਤ ਹੈ ਕਿ ਗੁਰਬਾਣੀ ਕਿਸ ਰਾਗ ਦੇ ਵਿੱਚ, ਕਿਸ ਘਰ ਵਿੱਚ, ਕਿਸ ਤਾਲ ਵਿੱਚ ਗਾਈ ਗਈ ਹੈ। ਸੋ ਪੂਰਨ ਗੁਰੂ ਦੀ ਦੱਸੀ ਮਰਜ਼ਾਦਾ ਦੇ ਮੁਤਾਬਕ ਇਹ ਪ੍ਰੋਗਰਾਮ ਹੋ ਰਿਹਾ। ਅਸੀਂ ਜਿੱਥੇ ਬਾਕੀ ਪ੍ਰਚਾਰਕਾਂ ਦਾ ਧੰਨਵਾਦ ਕਰਦੇ ਹਾਂ, ਗਲੋਬਲ ਟੀਵੀ ਤੋਂ ਪ੍ਰਦੀਪ ਸਿੰਘ ਗਿੱਲ, ਤੇ ਤੁਸੀਂ ਇਸ ਦੀ ਕਵਰੇਜ ਵਰਲਡ ਵਾਈਡ ਕਰਕੇ ਦਿਖਾ ਰਹੇ ਹੋ, ਤੁਹਾਡਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਅਸੀਂ ਇਹ ਪੂਰੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਸਾਡੇ ਤੇ, ਸੰਗਤਾਂ ਤੇ ਪ੍ਰਚਾਰਕਾਂ ਤੇ, ਜਥਿਆਂ ਤੇ ਕਿਰਪਾ ਰੱਖਣ ਤੇ ਗੁਰਬਾਣੀ ਨੂੰ ਅਸੀਂ ਗਾ ਸੁਣ ਕੇ ਆਪਣੇ ਮਨ ਅੰਦਰ ਵਸਾ ਸਕੀਏ ਜੀ।
ਰਾਜਾ ਰਾਮ ਮੋਲਿਆ ਰਾਜਾ ਰਾਮ ਮੋਲਿਆ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਵੀ ਨਿਊ ਜਰਸੀ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਰਾਗ ਰਤਨ ਗੁਰਮਤ ਸੰਗੀਤ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ 5ਵਾਂ ਗੁਰਮਤ ਸੰਗੀਤ ਸੰਮੇਲਨ ਕਰਵਾਇਆ ਗਿਆ, ਜਿਹਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸ਼ਮੂਲੀਅਤ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੀ ਬਾਣੀ ਨੂੰ ਰਾਗਾਮਈ ਕੀਰਤਨ ਰਾਹੀਂ ਗਾਇਆ। ਲੋੜ ਹੈ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਆਉਣ ਵਾਲੀ ਜਨਰੇਸ਼ਨ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਗੁਰਬਾਣੀ ਦਾ ਸ਼ੁੱਧ ਉਚਾਰਨ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਗੁਰਮਤ ਸੰਗੀਤ ਸੰਮੇਲਨਾਂ ਰਾਹੀਂ ਪੇਸ਼ ਕਰਨ ਦੀ। ਸੋ ਪੰਥ ਪ੍ਰਸਿੱਧ ਰਾਗੀ ਜਥੇ ਇੱਥੇ ਪਹੁੰਚੇ ਔਰ ਭਾਈ ਕਰਮਜੀਤ ਸਿੰਘ ਸ਼ਾਂਤ ਔਰ ਉਸਤਾਦ ਰਘਬੀਰ ਸਿੰਘ ਹੋਣਾ ਦਾ ਬਹੁਤ ਵਧੀਆ ਉਪਰਾਲਾ, ਹਰ ਸਾਲ ਇਸੇ ਤਰ੍ਹਾਂ ਦਾ ਉਪਰਾਲਾ ਕਰਦੇ ਨੇ ਔਰ ਅਗਲੇ ਸਾਲ ਦਾ ਹੀ ਪਲੈਨਿੰਗ ਜਿਹੜੀ ਉਹ ਵੀ ਉਹਨਾਂ ਨੇ ਕਰ ਲਈ ਹੈ। ਸੋ ਲੋੜ ਹੈ ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਕਮੇਟੀਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਸਪੋਰਟ ਕਰਨ ਦੀ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in। ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।